ਬਚਪਨ ਵਿੱਚ ਸਾਡੇ ਮਾਸਟਰ ਜੀ ਸਕੂਲ ਵਿੱਚ ਕਹਿੰਦੇ ਸੀ, ਅੱਗਾ ਦੌੜ ਤੇ ਪਿੱਛਾ ਝੋੜ। ਪਿਛਲੀ ਗੱਲ ਤੇ ਯਾਦ ਨਹੀਂ ਤੇ ਅੱਗੇ ਕੀ ਦੌੜੀ ਜਾ ਰਿਹਾ ਹੈ। ਇੱਕ ਹਸਬੈਂਡ ਵਾਈਫ ਨੇ ਤਾਂ ਬਿਨਾਂ ਕਿਸੇ ਪਰੇਸ਼ਾਨੀ ਦੇ, ਬਿਨਾਂ ਕਿਸੇ ਚੈੱਕਅਪ ਦੀ ਜ਼ਰੂਰਤ ਤੋਂ, ਸਿਰਫ ਕਰੋਨਾ ਦੇ ਡਰ ਤੋਂ ਹੀ ਸੁਸਾਈਡ ਕਰ ਲਈ। ਜਦੋਂ ਆਦਮੀ ਜੰਗਲਾਂ ਵਿੱਚ ਨੰਗਾ ਪਤੰਗਾ ਘੁੰਮਦਾ ਸੀ, ਉਦੋਂ ਜਦੋਂ ਵੀ ਜੰਗਲ ਵਿੱਚ ਅੱਗ ਲੱਗਦੀ ਹੋਵੇਗੀ ਉਹ ਉਸ ਤੋਂ ਬਹੁਤ ਡਰਦਾ ਹੋਵੇਗਾ, ਲਾਟਾਂ ਵੇਖ ਕੇ ਘਬਰਾ ਜਾਂਦਾ ਹੋਵੇਗਾ, ਕੋਲ ਵੀ ਨਹੀਂ ਜਾਂਦਾ ਹੋਵੇਗਾ। ਠੀਕ ਹੈ, ਪਰ ਹੌਲੀ ਹੌਲੀ ਉਸਨੇ ਉਸ ਡਰ ਤੋਂ ਅੱਗ ਨੂੰ ਸਮਝ ਲਿਆ। ਕਹਿ ਰਹੇ ਸਨ ਕਿ ਉਹਨਾਂ ਦੇ ਪਿਤਾ ਜੀ ਉਹਨਾਂ ਨੂੰ ਕਹਿੰਦੇ ਸਨ ਕਿ ਤੂੰ ਭਾਵੇਂ ਚੋਰ ਬਣ ਜਾਈਂ, ਉਚੱਕਾ ਬਣ ਜਾਈਂ, ਠੱਗ ਬਣ ਜਾਈਂ, ਕੁਝ ਬਣ ਜਾਈਂ, ਪਰ ਅਹਿਸਾਨ ਫਰਮੋਸ਼ ਨਾ ਬਣੀ। ਇੱਕ ਬੜਾ ਵੱਡਾ ਸਵਾਲ ਵੀਡੀਓ ਦੇ ਸ਼ੁਰੂ ਵਿੱਚ ਖੜਾ ਹੋਇਆ ਸੀ, ਕੀ ਅਸੀਂ ਕੰਪਲੀਟਲੀ ਡਰ ਤੋਂ ਰਹਿਤ ਹੋ ਸਕਦੇ ਹਾਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚਿਓ, ਭੈਣੋ ਤੇ ਭਰਾਵੋ, ਉਮੀਦ ਹੈ ਤੁਸੀਂ ਸਾਡੀ ਆਪਣੀ ਗੁਰੂ ਨਾਨਕ ਦੀ ਸੋਚ ਦੀ ਪਹਿਲੀ ਵੀਡੀਓ ਸੁਣੀ ਹੋਵੇਗੀ। ਕੋਈ ਚੀਜ਼ ਨਹੀਂ ਸਮਝ ਆਏ ਜਾਂ ਕਿਸੇ ਇੰਪਰੂਵਮੈਂਟ ਜਾਂ ਸੁਝਾਅ ਦੇਣ ਦੀ ਲੋੜ ਪਏ ਤਾਂ ਕਮੈਂਟਸ ਵਿੱਚ ਪਾ ਦਿਆ ਕਰੋ ਜੀ। ਸਾਨੂੰ ਵੀ ਉਤਸ਼ਾਹ ਮਿਲਦਾ ਹੈ ਕਿ ਸਾਡੇ ਨਾਲ ਵੀ ਕੋਈ ਸੰਗਤ ਜੁੜੀ ਹੋਈ ਧਿਆਨ ਨਾਲ ਸੁਣਦੀ ਹੈ। ਕੀ ਕੁਝ ਸੁਣਿਆ ਅਤੇ ਸਮਝਿਆ, ਇਸ ਨੂੰ ਆਓ ਅਸੀਂ ਥੋੜ੍ਹਾ ਜਿਹਾ ਦੁਹਰਾ ਲਈਏ। ਬਚਪਨ ਵਿੱਚ ਸਾਡੇ ਮਾਸਟਰ ਜੀ ਸਕੂਲ ਵਿੱਚ ਕਹਿੰਦੇ ਸੀ, ਅੱਗਾ ਦੌੜ ਤੇ ਪਿੱਛਾ ਝੋੜ। ਪਿਛਲੀ ਗੱਲ ਤੇ ਯਾਦ ਨਹੀਂ ਤੇ ਅੱਗੇ ਕੀ ਦੌੜੀ ਜਾ ਰਿਹਾ ਹੈ। ਆਓ ਅਸੀਂ ਇੱਕ ਇੱਕ ਗੱਲ ਜੋ ਸਮਝੀ ਹੈ ਨੂੰ ਦ੍ਰਿੜ ਪੱਕਾ ਕਰ ਲਈਏ। ਪਹਿਲੀ ਗੱਲ ਇਹ ਸਮਝ ਆ ਰਹੀ ਹੈ ਕਿ ਦੁਨੀਆ ਬਹੁਤ ਡਰ ਰਹੀ ਹੈ ਕਰੋਨਾ ਤੋਂ। ਇੱਕ ਹਸਬੈਂਡ ਵਾਈਫ ਨੇ ਤਾਂ ਬਿਨਾਂ ਕਿਸੇ ਪਰੇਸ਼ਾਨੀ ਦੇ, ਬਿਨਾਂ ਕਿਸੇ ਚੈੱਕਅਪ ਦੀ ਜ਼ਰੂਰਤ ਤੋਂ, ਸਿਰਫ ਕਰੋਨਾ ਦੇ ਡਰ ਤੋਂ ਹੀ ਸੁਸਾਈਡ ਕਰ ਲਈ। ਹੋਰ ਇੱਕ ਜਵਾਨ ਆਦਮੀ ਜੋ ਕਰੋਨਾ ਦਾ ਬਿਮਾਰ ਸੀ ਨੇ ਹਸਪਤਾਲ ਦੀ 7ਵੀਂ ਮੰਜ਼ਲ ਤੋਂ ਛਲਾਂਗ ਮਾਰ ਦਿੱਤੀ। 2 ਹੋਰ ਕਰੋਨਾ ਦੇ ਬਿਮਾਰਾਂ ਨੇ ਆਤਮ ਹੱਤਿਆ ਦੀ ਧਮਕੀ ਦਿੱਤੀ ਹੈ ਕਿਉਂਕਿ ਇਲਾਜ ਵੀ ਕੋਈ ਵਧੀਆ ਨਹੀਂ ਹੋ ਰਿਹਾ ਹੈ। ਪਰੇਸ਼ਾਨੀਆਂ ਤਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ। ਕੀ ਸਾਡੇ ਡਰਨ ਨਾਲ ਪਰੇਸ਼ਾਨੀ ਘਟ ਜਾਏਗੀ? ਨਹੀਂ, ਇਹ ਤਾਂ ਹੋਰ ਵੱਧ ਜਾਏਗੀ। ਢੰਗ ਨਾਲ ਸੋਚ ਨਹੀਂ ਪਾਵਾਂਗੇ। ਗੁਰੂ ਸਾਹਿਬ ਫਰਮਾਉਂਦੇ ਹਨ, ਡਰ ਡਰ ਡਰਨਾ ਮਨ ਕਾ ਸ਼ੋਰ। ਡਰ ਤਾਂ ਕਈ ਕਿਸਮ ਦੇ ਹੁੰਦੇ ਹਨ। ਰੋਜ਼ ਅਸੀਂ ਹਰ ਪਲ ਕਈ ਗੱਲਾਂ ਤੋਂ ਡਰ ਰਹੇ ਹੁੰਦੇ ਹਾਂ। ਪਿਓ ਦੀ ਮਾਰ ਦਾ ਡਰ, ਫੇਲ ਹੋਣ ਦਾ ਡਰ, ਲੇਟ ਪਹੁੰਚਣ ਦਾ ਡਰ, ਕੰਮ ਪੂਰਾ ਨਾ ਕਰਨ ਦਾ ਡਰ, ਬਿਮਾਰ ਹੋਣ ਦਾ ਡਰ, ਮਰ ਜਾਣ ਦਾ ਡਰ। ਗੁਰੂ ਜੀ ਉੱਪਰ ਵਾਲੀ ਤੁਕ ਵਿੱਚ ਸਾਨੂੰ ਸਮਝਾ ਰਹੇ ਹਨ ਕਿ ਜੋ ਇਹ ਡਰ ਹੈ, ਇਹ ਤਾਂ ਮਨ ਵਿੱਚ ਤਿਆਰ ਕੀਤੀ ਹੋਈ ਸੋਚ ਹੀ ਹੈ ਜਿਸ ਤੋਂ ਡਰ ਪੈਦਾ ਹੋ ਰਿਹਾ ਹੈ। ਕੀ ਅਸੀਂ ਕੰਪਲੀਟ ਡਰ ਰਹਿਤ ਹੋ ਸਕਦੇ ਹਾਂ? ਬੜਾ ਵੱਡਾ ਸਵਾਲ ਹੈ, ਇਹ ਬਾਅਦ ਵਿੱਚ ਸੋਚਾਂਗੇ। ਆਓ ਪਹਿਲੇ ਸਾਡੇ ਅੰਦਰ ਡਰ ਕਿਉਂ ਪੈਦਾ ਹੁੰਦੇ ਹਨ ਸਮਝਣ ਦੀ ਕੋਸ਼ਿਸ਼ ਕਰੀਏ। ਗੁਰੂ ਸਾਹਿਬ ਕਹਿ ਰਹੇ ਹਨ, ਡਰ ਡਰ ਡਰਨਾ ਮਨ ਕਾ ਸ਼ੋਰ। ਸਭ ਕੁਝ ਸਾਡੇ ਅੰਦਰ ਖਾਤੇ ਹੀ ਹੈ, ਬਾਹਰ ਤਾਂ ਕੁਝ ਖਾਸ ਨਹੀਂ। ਆਓ ਦੇਖੀਏ ਅੱਜ ਕੀ ਹੋ ਰਿਹਾ ਹੈ। ਕਰੋਨਾ ਆ ਗਿਆ, ਕਿਤੇ ਮੈਨੂੰ ਨਾ ਹੋ ਜਾਏ, ਮੈਂ ਮਰ ਨਾ ਜਾਵਾਂ। ਇੱਕ ਵੀਡੀਓ ਦੇਖੀ ਸੀ ਬੀਬੀ ਦੀ, ਬਹੁਤ ਤਕਲੀਫ ਵਿੱਚ ਸੀ। ਜੇ ਮੈਂ ਬਿਮਾਰ ਹੋਇਆ ਤਾਂ ਬਹੁਤ ਪੀੜ ਵੀ ਹੋਊ, 14 ਦਿਨ ਇਕੱਲੇ ਹਸਪਤਾਲ ਵਿੱਚ ਰਹਿਣਾ ਪਵੇਗਾ। ਕੀ ਹੋਊ? ਮੇਰੇ ਕੋਲ ਤਾਂ ਸ਼ਾਇਦ ਮੇਰਾ ਮੋਬਾਈਲ ਵੀ ਨਾ ਹੋਊ।
ਵਧੀਆ ਖਾਣਾ ਨਾ ਮਿਲੂ। ਮੇਰਾ ਪਿਓ ਵੀ ਤਾਂ 60 ਸਾਲ ਦਾ ਹੋ ਗਿਆ ਹੈ। ਜੇ ਉਹ ਮਰ ਗਿਆ ਤਾਂ ਕੀ ਹੋ? ਲੌਕਆਊਟ ਕਰਕੇ ਮੇਰਾ ਕੰਮ ਬੰਦ ਹੋ ਜਾਊ, ਪੈਸਾ ਆਉਣਾ ਬੰਦ ਹੋ ਜਾਊ, ਕੀ ਹੋਏਗਾ ਮੇਰੀ ਜ਼ਿੰਦਗੀ ਦਾ? ਇਹੋ ਜਿਹੀਆਂ ਲੱਖਾਂ ਸੋਚਾਂ ਹਨ ਸਾਡੇ ਮਨ ਵਿੱਚ। ਕੀ ਇਹ ਡਰ ਸਿਰਫ ਮਨ ਦਾ ਸ਼ੋਰ ਹੀ ਨਹੀਂ ਹੈ? ਜ਼ਰਾ ਧਿਆਨ ਨਾਲ ਸੋਚੋ, ਇਹ ਡਰ ਕਿਸ ਗੱਲ ਕਰਕੇ ਉਤਪੰਨ ਹੋ ਰਿਹਾ ਹੈ? ਆਪਣੇ ਆਪ ਨਾਲ ਮੋਹ, ਆਪਣੀਆਂ ਜ਼ਰੂਰਤਾਂ ਨਾਲ ਮੋਹ, ਆਪਣੀਆਂ ਇੱਛਾਵਾਂ ਦਾ ਮੋਹ, ਆਪਣੀਆਂ ਆਪ ਹੀ ਪਾਈਆਂ ਹੋਈਆਂ ਆਦਤਾਂ ਦਾ ਮੋਹ, ਆਪਣੀਆਂ ਚੀਜ਼ਾਂ ਨਾਲ ਮੋਹ, ਪੈਸੇ ਨਾਲ ਮੋਹ, ਐਸ਼ੋ ਆਰਾਮ ਨਾਲ ਮੋਹ। ਫਿਰ ਆਪਣੀ ਫੈਮਿਲੀ, ਆਪਣੇ ਰਿਸ਼ਤੇਦਾਰਾਂ, ਦੋਸਤਾਂ ਯਾਰਾਂ ਦੇ ਨਾਲ ਮੋਹ ਦਾ ਸਦਕਾ ਵੀ ਇਹ ਪਰੇਸ਼ਾਨੀ ਹੁੰਦੀ ਹੈ। ਕੀ ਇਹ ਮੋਹ ਮਾਇਆ ਦਾ ਜਾਲ ਹੀ ਤਾਂ ਨਹੀਂ? ਗੁਰੂ ਤੇਗ ਬਹਾਦਰ ਜੀ ਇੰਜ ਫਰਮਾਉਂਦੇ ਹਨ, ਕਹੋ ਨਾਨਕ ਸੋਈ ਨਰ ਸੁਖੀਆ, RAM ਨਾਮ ਗੁਣ ਗਾਵੈ, ਔਰ ਸਗਲ ਜਗ ਮਾਇਆ ਮੋਹਿਆ, ਨਿਰਭੈ ਪਦ ਨਹੀਂ ਪਾਵੈ। ਗੁਰੂ ਸਾਹਿਬ ਫਰਮਾ ਰਹੇ ਹਨ ਕਿ ਉਹੀ ਨਰ ਸੁਖੀ ਹੈ ਜੋ RAM ਦੇ ਨਾਮ ਦੇ ਗੁਣ ਗਾਉਂਦਾ ਰਹਿੰਦਾ ਹੈ ਅਤੇ ਬਾਕੀ ਸਾਰਾ ਸੰਸਾਰ ਮੋਹ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ ਡਰਦਾ ਰਹਿੰਦਾ ਹੈ। ਹੁਣ ਸਾਨੂੰ ਸਮਝ ਆ ਗਈ ਕਿ ਲੋਭ, ਮੋਹ, ਅਹੰਕਾਰ ਹੀ ਸਾਨੂੰ ਸਭ ਤੋਂ ਵੱਧ ਡਰਾਉਂਦੇ ਹਨ। ਲੋਭ, ਕੰਮ ਬੰਦ ਹੋ ਜਾਏਗਾ, ਪੈਸੇ ਆਣੇ ਬੰਦ ਹੋ ਜਾਣਗੇ। ਮੋਹ, ਮੈਂ ਮਰ ਜਾਵਾਂਗਾ, ਮੇਰੇ ਬੱਚੇ ਮਰ ਜਾਣਗੇ। ਅਹੰਕਾਰ, ਮੈਂ ਐਡੀ ਮਿਹਨਤ ਨਾਲ ਨੰਬਰ 1 'ਤੇ ਪਹੁੰਚਿਆ ਹਾਂ, ਕੋਈ ਹੋਰ ਮੇਰੇ ਤੋਂ ਅੱਗੇ ਨਾ ਆ ਜਾਏ। ਇੱਕ ਗੱਲ ਤਾਂ ਕਲੀਅਰ ਹੋ ਗਈ ਕਿ ਇਹ ਜੋ ਡਰ ਹੈ ਸਾਨੂੰ ਜ਼ਿਆਦਾ ਬਾਹਰਲੀਆਂ ਚੀਜ਼ਾਂ ਤੋਂ ਪੈਦਾ ਨਹੀਂ ਹੁੰਦਾ ਹੈ, ਬਲਕਿ ਸਾਡੇ ਅੰਦਰ ਦਾ ਮੋਹ ਮਾਇਆ ਅਤੇ ਅਹੰਕਾਰ ਬਾਹਰਲੀਆਂ ਛੋਟੀਆਂ ਗੱਲਾਂ ਦਾ ਬਹੁਤ ਵੱਡਾ ਰੂਪ ਅਖਤਿਆਰ ਕਰ ਲੈਂਦਾ ਹੈ। ਸੋ ਸਾਨੂੰ ਮੋਹ ਮਾਇਆ ਅਤੇ ਅਹੰਕਾਰ ਨੂੰ ਆਪਣੇ ਹਿਰਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਅਸੀਂ ਆਪਣੀ ਸੋਚ ਕਈ ਆਪਣੀਆਂ ਗਲਤ ਇਮੈਜੀਨੇਸ਼ਨਸ 'ਤੇ ਬਣਾ ਲੈਂਦੇ ਹਾਂ। ਹਰ ਚੀਜ਼ ਨੂੰ ਸਾਨੂੰ ਪਹਿਲੇ ਠੀਕ ਤਰੀਕੇ ਨਾਲ ਸਮਝਣਾ ਚਾਹੀਦਾ ਹੈ। ਆਓ ਇੱਕ ਐਗਜ਼ਾਮਪਲ ਲਈਏ। ਅੱਗ ਜਲਾਉਂਦੀ ਹੈ, ਕਰੋਨਾ ਜਾਨੋਂ ਮਾਰਦਾ ਹੈ। ਕਿ ਦੋਨੋਂ ਉੱਪਰਲੀਆਂ ਸਟੇਟਮੈਂਟਾਂ ਵਿੱਚ ਕੋਈ ਫਰਕ ਹੈ? ਦੋਨੋਂ ਡਰ ਨਾਲ ਭੈਭੀਤ ਕਰਨ ਵਾਲੀਆਂ ਸਟੇਟਮੈਂਟਸ ਹਨ। ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਜਦੋਂ ਆਦਮੀ ਜੰਗਲਾਂ ਵਿੱਚ ਨੰਗਾ ਪਤੰਗਾ ਘੁੰਮਦਾ ਸੀ, ਉਦੋਂ ਜਦੋਂ ਵੀ ਜੰਗਲ ਵਿੱਚ ਅੱਗ ਲੱਗਦੀ ਹੋਵੇਗੀ ਉਹ ਉਸ ਤੋਂ ਬਹੁਤ ਡਰਦਾ ਹੋਵੇਗਾ, ਲਾਟਾਂ ਵੇਖ ਕੇ ਘਬਰਾ ਜਾਂਦਾ ਹੋਵੇਗਾ, ਕੋਲ ਵੀ ਨਹੀਂ ਜਾਂਦਾ ਹੋਵੇਗਾ। ਠੀਕ ਹੈ, ਪਰ ਹੌਲੀ ਹੌਲੀ ਉਸਨੇ ਉਸ ਡਰ ਤੋਂ ਅੱਗ ਨੂੰ ਸਮਝ ਲਿਆ। ਉਸਨੇ ਅੱਗ ਨੂੰ ਸੰਭਾਲਣ ਲਈ ਅਤੇ ਆਪਣੇ ਫਾਇਦੇ ਲਈ ਇਸਤੇਮਾਲ ਕਰਨ ਦੇ ਤਰੀਕੇ ਢੂੰਢ ਲਏ। ਅੱਜ ਅਸੀਂ ਅੱਗ ਤੋਂ ਬਿਨਾਂ ਵਜ੍ਹਾ ਡਰਦੇ ਨਹੀਂ ਹਾਂ, ਕਈ ਕਿਸਮਾਂ ਨਾਲ ਉਸ ਨੂੰ ਆਪਣੇ ਫਾਇਦੇ ਲਈ ਹੀ ਯੂਜ਼ ਕਰਦੇ ਹਾਂ। ਕਈ ਵਾਰੀ ਆਪਣੀ ਗਲਤੀ ਕਾਰਨ ਅੱਗ ਸਾਨੂੰ ਨੁਕਸਾਨ ਵੀ ਪਹੁੰਚਾਉਂਦੀ ਹੈ। ਕਰੋਨਾ ਵੀ ਕੁਝ ਇੰਜ ਹੀ ਹੈ। ਲੱਗਦਾ ਹੈ ਕਿ ਆਦਮੀ ਦੀਆਂ ਆਪਣੀਆਂ ਗਲਤੀਆਂ ਕਰਕੇ ਹੀ ਇਹ ਬਹੁਤ ਤੇਜ਼ ਹੋ ਗਿਆ ਹੈ। ਅਸੀਂ ਤਾਂ ਐਨਵਾਇਰਨਮੈਂਟ ਦਾ ਕਦੇ ਵੀ ਖਿਆਲ ਨਹੀਂ ਕੀਤਾ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ। ਬਹੁਤ ਬੇਕਦਰੀ ਨਾਲ ਕੀਤਾ ਇਹਨਾਂ ਦਾ ਘਾਣ। ਇਹਨਾਂ ਦੀਆਂ ਦੇਣਾਂ ਦੀ ਅਸੀਂ ਕਦੀ ਵੀ ਕਦਰ ਨਹੀਂ ਪਾਈ। ਮੈਂ ਇੱਕ ਪੰਜਾਬੀ ਦੇ ਉੱਘੇ ਸਾਹਿਤਕਾਰ ਜੀ ਦੀ ਹੱਡਬੀਤੀ ਸੁਣ ਰਿਹਾ ਸੀ। ਕਹਿ ਰਹੇ ਸਨ ਕਿ ਉਹਨਾਂ ਦੇ ਪਿਤਾ ਜੀ ਉਹਨਾਂ ਨੂੰ ਕਹਿੰਦੇ ਸਨ ਕਿ ਤੂੰ ਭਾਵੇਂ ਚੋਰ ਬਣ ਜਾਈਂ, ਉਚੱਕਾ ਬਣ ਜਾਈਂ, ਠੱਗ ਬਣ ਜਾਈਂ, ਕੁਝ ਬਣ ਜਾਈਂ, ਪਰ ਅਹਿਸਾਨ ਫਰਮੋਸ਼ ਨਾ ਬਣੀ। ਜਿਸਨੇ ਵੀ ਤੇਰੇ ਤੇ ਅਹਿਸਾਨ ਕੀਤਾ ਤੂੰ ਉਸਨੂੰ ਕਦੇ ਨਾ ਭੁੱਲੀ। ਕੀ ਅਸੀਂ ਅੱਜ ਸਾਰੇ ਅਹਿਸਾਨ ਫਰਮੋਸ਼, ਕ੍ਰਿਤਕਣ, ਥੈਂਕਲੈਸ ਨਹੀਂ ਹਾਂ? ਗੋਡ, ਵਾਹਿਗੁਰੂ, ਪਰਮਾਤਮਾ, ਅੱਲਾ ਨੇ ਸਾਡੇ ਤੇ ਕਈ ਅਹਿਸਾਨ ਕੀਤੇ ਹਨ। ਸਾਰੇ ਜਾਨਵਰਾਂ ਤੋਂ ਉੱਤਮ ਜਾਨਵਰ ਬਣਾਇਆ ਹੈ ਸਾਨੂੰ, ਬਲਕਿ
ਇਨਸਾਨ ਬਣਨ ਦੀ ਵੀ ਸੋਧ ਦਿੱਤੀ ਹੈ। ਸਾਨੂੰ ਹਰ ਚੀਜ਼ ਵਧੀਆ ਤੋਂ ਵਧੀਆ ਭੋਗਣ ਅਤੇ ਮੰਨਣ ਲਈ ਦਿੱਤੀ ਹੈ। ਗੁਰੂ ਅਰਜਨ ਦੇਵ ਜੀ ਇੰਜ ਫਰਮਾ ਰਹੇ ਹਨ, ਜਿਉ ਪ੍ਰਾਨ ਤਨ ਧਨ ਦੀਆ, ਦੀਨੇ ਰਸ ਭੋਗ, ਗ੍ਰਹਿ ਮੰਦਰ ਰਥ ਅਸ ਦੀਏ, ਰਚ ਭਲੇ ਸੰਜੋਗ, ਸੁਤ ਬਨਿਤਾ ਸਾਜਨ ਸੇਵਕ ਦੀਏ, ਪ੍ਰਭ ਦੇਵਨ ਜੋਗ, ਹਰ ਸਿਮਰਤ ਤਨ ਮਨ ਹਰਿਆ, ਲਹਿ ਜਾਹੇ ਵਿਜੋਗ, ਸਾਧ ਸੰਗ ਹਰ ਗੁਣ ਰਮਹ, ਬਿਨਸੇ ਸਭ ਰੋਗ। ਅਸੀਂ ਪਹਿਲੀਆਂ 3 ਤੁਕਾਂ ਵਿੱਚ ਲਿਖੀਆਂ ਹੋਈਆਂ ਦਾਤਾਂ ਨੂੰ ਆਪਣਾ ਹੱਕ ਰਾਈਟ ਸਮਝ ਕੇ ਪੂਰਾ ਮਾਣ ਰਹੇ ਹਾਂ, ਪਰ ਜਿਸ ਨੇ ਇਹ ਦਿੱਤੀਆਂ ਹਨ ਉਸ ਲਈ ਅਸੀਂ ਪੂਰੇ ਨਾਸ਼ੁਕਰੇ ਹਾਂ, ਅਹਿਸਾਨ ਫਰਮੋਸ਼ ਹਾਂ। ਨਾਸ਼ੁਕਰੇ ਹੋਣ ਕਰਕੇ ਅਸੀਂ ਅਗਲੀਆਂ 2 ਤੁਕਾਂ ਦੀ ਜ਼ਰੂਰਤ ਹੀ ਨਹੀਂ ਸਮਝਦੇ ਹਾਂ ਤੇ ਉਹਨਾਂ ਉੱਤੇ ਚੱਲਦੇ ਹੀ ਨਹੀਂ ਹਾਂ। ਪੰਜਾਬੀ ਦੇ ਸਾਹਿਤਕਾਰ ਜਿਨ੍ਹਾਂ ਦੀ ਮੈਂ ਗੱਲ ਸੁਣਾਈ ਹੈ, ਕਈ ਸਾਲ ਆਪਣੇ ਹੱਥਾਂ ਨਾਲ ਦਿਹਾੜੀ ਰਾਜ ਮਿਸਤਰੀ ਦਾ ਕੰਮ ਕਰਦੇ ਰਹੇ ਹਨ। ਉਹਨਾਂ ਨੂੰ ਭਾਰਤ ਦੀ ਸਾਹਿਤਕਾਰੀ ਦਾ ਸਭ ਤੋਂ ਵੱਡਾ ਪੁਰਸਕਾਰ ਮਿਲਿਆ। ਉਹ ਸ਼ਾਇਦ ਇਸ ਕਰਕੇ ਹੀ ਕਿਉਂਕਿ ਉਹ ਹਰ ਚੀਜ਼ ਦੀ ਕਦਰ ਕਰਦੇ ਸੀ ਅਤੇ ਵਾਹਿਗੁਰੂ ਨੇ ਉਹਨਾਂ ਨੂੰ ਆਪਣੇ ਕਿੱਤੇ ਵਿੱਚ ਸਭ ਤੋਂ ਉੱਚੀ ਸਿਖਰ 'ਤੇ ਪਹੁੰਚਾਇਆ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਪੈ ਮਹਿ ਰਚਿਓ ਸਭ ਸੰਸਾਰਾ, ਤਿਸ ਪਉ ਨਾਹੀ ਜਿਸ ਨਾਮ ਆਧਾਰਾ। ਅਗਨ ਸਾਗਰ ਮਹਾ ਵਿਆਪੇ ਮਾਇਆ, ਸੇ ਸੀਤਲ ਜਿਨ ਸਤਿਗੁਰ ਪਾਇਆ। ਰਾਖ ਲੈ ਪ੍ਰਭ ਰਾਖਣ ਹਾਰਾ, ਕਹੋ ਨਾਨਕ ਕਿਆ ਜੰਤ ਵਿਚਾਰਾ। ਸਾਰਾ ਸੰਸਾਰ ਮੋਹ ਮਾਇਆ ਦੀ ਅਗਨ ਵਿੱਚ ਫਸ ਕੇ ਡਰ ਰਿਹਾ ਹੈ। ਆਖਰੀ ਤੁਕ ਵਿੱਚ ਗੁਰੂ ਸਾਹਿਬ ਕਹਿ ਰਹੇ ਹਨ ਕਿ ਇਸ ਵਿਚਾਰੇ ਜੀਵ ਦੇ ਹੱਥ ਤਾਂ ਕੁਝ ਵੀ ਨਹੀਂ, ਪਰ ਉਹ ਐਵੇਂ ਅਹੰਕਾਰ ਕਰੀ ਫਿਰਦਾ ਹੈ, ਮੈਂ ਵਿੱਚ ਹੀ ਫਸਿਆ ਹੋਇਆ ਹੈ ਅਤੇ ਡਰ ਦਾ ਰਸਤਾ ਆਪਣੇ ਲਈ ਪਕੜ ਰੱਖਿਆ ਹੈ। ਉਹੀ ਸੁਖੀ ਹੈ ਜੋ ਪ੍ਰਭ ਪਰਮੇਸ਼ਵਰ ਦਾ ਆਸਰਾ ਲੈ ਕੇ ਉਸ ਦੀ ਸ਼ਰਨ ਹੇਠ ਆ ਜਾਂਦਾ ਹੈ, ਉਸ ਦਾ ਹੁਕਮ ਮੰਨਦਾ ਹੈ ਤੇ ਉਸ ਦੇ ਨਾਲ ਪਿਆਰ ਪਾ ਲੈਂਦਾ ਹੈ। ਅਸੀਂ ਅਸਲ ਵਿੱਚ ਸੱਚਾਈ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਹਾਂ, ਸਮਝ ਕੇ ਵੀ ਉਸ 'ਤੇ ਚੱਲਣ ਦੀ ਤਾਂ ਬਿਲਕੁਲ ਹੀ ਨਹੀਂ। ਕੀ ਸੱਚ ਹੈ, ਕੀ ਝੂਠ? ਸੱਚ ਤਾਂ ਇੱਕ ਹੀ ਹੈ, ਬਾਕੀ ਸਭ ਝੂਠ ਹੈ। ਕਈ ਕਰਮਕਾਂਡ ਹਨ, ਕਰਮਕਾਂਡ ਆਸਾਨ ਹਨ, ਉਹੀ ਕਰਦੇ ਰਹਿੰਦੇ ਹਾਂ। ਗੁਰੂ ਨਾਨਕ ਦੀ ਸੋਚ ਤਾਂ ਸਮਝ ਕੇ ਆਪਣੇ ਹਿਰਦੇ ਵਿੱਚ ਵਸਾ ਕੇ ਉਸ 'ਤੇ ਚੱਲਣਾ ਅਤੇ ਪਹਿਰਾ ਦੇਣ ਦੀ ਖੇਡ ਹੈ। ਇੱਕ ਵਾਰੀ ਆਪਣੇ ਆਪ ਨੂੰ ਉਸ ਵਿੱਚ ਢਾਲ ਲਈਏ ਤਾਂ ਆਨੰਦ ਹੀ ਆਨੰਦ ਹੈ। ਗੁਰੂ ਅਮਰਦਾਸ ਜੀ ਫਰਮਾ ਰਹੇ ਹਨ ਜੀ, ਪੈ ਵਿੱਚ ਜੰਮੈ ਪੈ ਮਰੈ, ਵੀ ਪਉ ਮਨ ਮਹਿ ਹੋਏ, ਨਾਨਕ ਪੈ ਵਿੱਚ ਜੇ ਮਰੈ, ਸਹਿਲਾ ਆਇਆ ਸੋਏ। ਹਰ ਵਕਤ ਸਾਡੇ ਮਨ ਵਿੱਚ ਕਈ ਕਿਸਮ ਦੇ ਡਰ ਵਸਦੇ ਰਹਿੰਦੇ ਹਨ ਅਤੇ ਅਸੀਂ ਇਹੋ ਜਿਹੇ ਡਰਾਂ ਵਿੱਚ ਹੀ ਜੰਮਦੇ ਅਤੇ ਮਰਦੇ ਹਾਂ। ਪਰ ਗੁਰੂ ਜੀ ਇਹ ਕਹਿ ਰਹੇ ਹਨ ਕਿ ਜੇ ਅਸੀਂ ਵਾਹਿਗੁਰੂ ਦੇ ਅਦਬ ਭਰੇ ਡਰ ਵਿੱਚ ਰਹਿ ਕੇ ਉਸ ਦਾ ਹੁਕਮ ਮੰਨ ਕੇ ਆਪਣੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਮਾਰ ਲਈਏ ਤਾਂ ਸਾਡਾ ਜਨਮ ਸਫਲਾ ਹੋ ਜਾਏਗਾ, ਸਾਡੇ ਡਰ ਮੁੱਕ ਜਾਣਗੇ। ਪਰ ਅਸੀਂ ਤਾਂ 5ਵੀਂ ਪਾਤਸ਼ਾਹੀ ਦੀ ਹੇਠ ਲਿਖੀ ਬਾਣੀ ਦੇ ਹਿਸਾਬ 'ਤੇ ਹੀ ਆਪਣੀ ਜ਼ਿੰਦਗੀ ਤਬਾਹ ਕਰ ਰਹੇ ਹਾਂ। ਪੈ ਪੰਜਨ ਪ੍ਰਭ ਮਨ ਨ ਬਸਾਹੀ, ਡਰਪਤ ਡਰਪਤ ਜਨਮ ਬਹੁਤ ਜਾਹੀ। ਪੈ ਪੰਜਨ, ਡਰ ਨੂੰ ਤੋੜਨ ਵਾਲਾ, ਖਤਮ ਕਰਨ ਵਾਲਾ। ਅਸੀਂ ਉਸ ਨੂੰ ਆਪਣੇ ਮਨ ਵਿੱਚ ਵਸਾਉਣ ਦੀ ਕੋਈ ਕੋਸ਼ਿਸ਼ ਨਹੀਂ ਕਰਦੇ ਹਾਂ, ਤਾਂ ਹੀ ਅਸੀਂ ਸਾਰੀ ਉਮਰ ਹਰ ਪਲ ਪਲ ਡਰ ਡਰ ਕੇ ਮਰਦੇ ਹਾਂ। ਆਓ ਅਸੀਂ ਸਮਝੀਏ ਕਿ ਕੀ ਸਿੱਖਿਆ ਹੈ ਅੱਜ। ਪਹਿਲਾ, ਡਰ ਤਾਂ ਸਾਡੇ ਮਨ ਵਿੱਚ ਹੀ ਪੈਦਾ ਹੁੰਦਾ ਹੈ। ਦੂਸਰਾ, ਸਾਡੇ ਅੰਦਰ ਹੀ ਮੋਹ ਮਾਇਆ ਅਤੇ ਅਹੰਕਾਰ ਹੀ ਸਾਨੂੰ ਡਰਾਂ ਵਿੱਚ ਪਾਉਂਦੇ ਹਨ।
ਇਹ ਹੀ ਸਾਡੀਆਂ ਅਟੈਚਮੈਂਟਸ ਅਤੇ ਡਿਜ਼ਾਇਰਸ ਪੈਦਾ ਕਰਦੀਆਂ ਹਨ। ਨੰਬਰ 3, ਸਾਨੂੰ ਆਪਣੀ ਹਰ ਅਵਸਥਾ ਨੂੰ ਠੰਡੇ ਦਿਮਾਗ ਨਾਲ ਸੋਚ ਲੈਣਾ ਚਾਹੀਦਾ ਹੈ। ਨੰਬਰ 4, ਵਾਹਿਗੁਰੂ ਦੀ ਇਨਵਾਇਰਮੈਂਟ ਦੀ ਅਤੇ ਉਸ ਦੇ ਬਣਾਏ ਹੋਏ ਜੀਵ ਜੰਤੂਆਂ ਦੀ ਕਦਰ ਕਰਨੀ ਚਾਹੀਦੀ ਹੈ। 5, ਹਮੇਸ਼ਾ ਵਾਹਿਗੁਰੂ ਦਾ ਧੰਨਵਾਦ ਕਰਨਾ ਚਾਹੀਦਾ ਹੈ। 6, ਵਾਹਿਗੁਰੂ ਦੇ ਹੁਕਮ 'ਤੇ ਚੱਲਣਾ ਚਾਹੀਦਾ ਹੈ। ਉੱਦਮ ਕਰਕੇ ਜੋ ਵੀ ਕੰਮ ਮਿਲੇ ਪੂਰੀ ਮਿਹਨਤ ਨਾਲ ਕਰਨਾ ਚਾਹੀਦਾ ਹੈ ਅਤੇ ਵਾਹਿਗੁਰੂ ਜੋ ਵੀ ਰਿਜ਼ਲਟਸ ਦੇਵੇ ਉਸ 'ਤੇ ਸੰਤੁਸ਼ਟ ਹੋਣਾ ਚਾਹੀਦਾ ਹੈ। ਇੱਕ ਬੜਾ ਵੱਡਾ ਸਵਾਲ ਵੀਡੀਓ ਦੇ ਸ਼ੁਰੂ ਵਿੱਚ ਖੜਾ ਹੋਇਆ ਸੀ, ਕੀ ਅਸੀਂ ਕੰਪਲੀਟਲੀ ਡਰ ਤੋਂ ਰਹਿਤ ਹੋ ਸਕਦੇ ਹਾਂ? ਉਹ ਅਸੀਂ ਅਗਲੀ ਵੀਡੀਓ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਜੀ। ਬਹੁਤ ਗਲਤੀਆਂ ਹੋਈਆਂ ਹੋਣਗੀਆਂ, ਭੁੱਲ ਚੁੱਕ ਦੀ ਮਾਫੀ। ਵੀਡੀਓ ਪਸੰਦ ਆਏ ਤਾਂ ਲਾਈਕ ਦਬਾਓ, ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।